ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਬਣੀ ਸੀ ਤੇ 100 ਸਾਲ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ। ਤਿਆਰੀਆਂ ਸ਼੍ਰੋਮਣੀ ਕਮੇਟੀ ਦੇ 100 ਸਾਲੇ ਦੀਆਂ ਚੱਲ ਰਹੀਆਂ ਨੇ, ਪਰ ਇਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਉੱਠਦੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ, ਕਿਉਂ ਜਿਹੜਾ ਕਾਰਨਾਮਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਮੰਗਿਆ ਜਾਂਦਾ। ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਕਾਰਨਾਮੇ ਰਹੇ ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਹੈ ਉਹ ਅੱਜ ਬੈਕਫੁੱਟ ਤੇ ਨਜ਼ਰ ਆ ਰਹੀ ਹੈ, ਆਪਣੀ ਹੋਂਦ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਮੇਰੇ ਨਾਲ ਇਸ ਵੇਲੇ ਉੱਗੇ ਸੰਘਰਸ਼ਕਾਰੀ ਸਿੱਖ ਲੀਡਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਸ਼੍ਰੋਮਣੀ ਕਮੇਟੀ 100 ਸਾਲ, ਨਾਕਾਮੀਆਂ ਦੀ ਗੱਲ ਜਿਹੜੀ ਆ ਉਹ ਸਭ ਤੋਂ ਵੱਧ ਹੁੰਦੀ ਹੈ ਅੱਜ ਕੱਲ ਦੇ ਸੰਦਰਭ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ। ਤੁਹਾਡਾ ਮੰਨਣਾ ਕੀ ਹੈ? ਤੁਸੀਂ ਬੜੇ ਲੰਮੇ ਸਮੇਂ ਤੋਂ ਸਿੱਖ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆਏ ਹੋ, ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਕੁਝ ਹੁੰਦਾ ਆਇਆ, ਥੋੜਾ ਖੁੱਲ੍ਹ ਕੇ ਦੱਸਿਓ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 15 ਨਵੰਬਰ 1920 ਨੂੰ ਇੱਕ ਕਮੇਟੀ ਦੇ ਰੂਪ ਦੇ ਵਿੱਚ 7 ਮੈਂਬਰੀ ਕਮੇਟੀ ਦੇ ਰੂਪ ਦੇ ਵਿੱਚ ਇਸ ਸੰਸਥਾ ਦਾ ਸ਼ੁਰੂਆਤ ਕੀਤੀ ਗਈ। ਬੇਸ਼ੱਕ ਉਹਨੂੰ ਕਾਨੂੰਨੀ ਤੌਰ ਤੇ ਜਿਹੜੀ ਦੀ ਚੋਣਾਂ ਹੋਈਆਂ ਉਹ 1925 ਦੇ ਵਿੱਚ ਹੋਈਆਂ, ਪਰ ਉਹਦੀ ਸ਼ੁਰੂਆਤ ਵਰਕਿੰਗ ਜਿਹੜੀ ਹੈ ਉਹ ਅੱਜ ਦੇ ਦਿਨ, ਅੱਜ ਤੋਂ ਪੂਰੇ 100 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਹੁਣ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੀ ਨਾਕਾਮੀ ਦੀ ਗੱਲ ਕੀਤੀ ਹੈ ਵੀ ਜ਼ਿਆਦਾ ਚਰਚਾ ਹੁੰਦੀ ਹੈ। ਇੱਕ ਤੁਸੀਂ ਕਿਹਾ ਕਿ ਉਹ ਇੱਕ 100 ਸਾਲਾ ਜਸ਼ਨ ਮਨਾ ਰਹੇ ਨੇ। ਹੁਣ ਜਸ਼ਨ ਦੇ ਉੱਤੇ ਮੈਂ ਥੋੜ੍ਹਾ ਜਿਹਾ ਕਹਾਂਗਾ ਵੀ ਦਿਸਦਾ ਜਸ਼ਨ ਤੇ ਅਸਲ ਜਸ਼ਨ ਦੇ ਵਿੱਚ ਬੜਾ ਅੰਤਰ ਹੈ ਜਿੱਥੇ ਤੱਕ ਸਿੱਖ ਸਿਧਾਂਤ ਦਾ ਸਵਾਲ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਭਾਈ ਲਾਲੋ ਤੇ ਮਲਕ ਭਾਗੋ ਦਾ ਫਰਕ ਸਮਝਾਇਆ ਤਾਂ ਜਸ਼ਨ ਜਿਹੜਾ ਸੀਗਾ ਉਹ ਵੱਡਾ ਮਲਕ ਭਾਗੋ ਦੇ ਘਰ ਹੋ ਰਿਹਾ ਸੀ। ਕੀ ਅਸੀਂ ਉਹੋ ਜਿਹੇ ਜਸ਼ਨ ਨੂੰ ਜਸ਼ਨ ਮੰਨਦੇ ਹਾਂ ਜੋ ਅੱਜ ਸ਼੍ਰੋਮਣੀ ਕਮੇਟੀ ਸ਼ੋਅ ਆਫ ਕਰ ਰਹੀ ਹੈ, ਜਾਂ ਭਾਈ ਲਾਲੋ ਜੀ ਦੇ ਘਰ ਦਾ ਜਿਹੜਾ ਅਸਲ ਅੰਨ ਸੀ ਉਹਦੀ ਇੰਪੋਰਟੈਂਸ ਭਾਵ ਰਿਐਲਿਟੀ ਦੇ ਨੇੜੇ ਉਹਨੂੰ ਜਸ਼ਨ ਮੰਨਦੇ ਹਾਂ? ਸਾਡਾ ਤਾਂ ਜਦੋਂ ਗੁਰੂ ਨਾਨਕ ਸਾਹਿਬ ਵੱਲ ਧਿਆਨ ਜਾਊਗਾ ਤਾਂ ਅਸੀਂ ਭਾਈ ਲਾਲੋ ਜੀ ਦੇ ਘਰ ਜਾਵਾਂਗੇ, ਅਸੀਂ ਮਲਕ ਭਾਗੋਆਂ ਦੇ ਬਨੌਟੀ ਜਸ਼ਨਾਂ ਵਿੱਚ ਨਹੀਂ ਜਾਵਾਂਗੇ। ਜਿਹੜੀ ਐਕਸਪੈਕਟੇਸ਼ਨ ਕਿਸੇ ਵੀ ਸੰਸਥਾ ਦੇ ਬਾਰੇ ਬਣ ਜਾਂਦੀ ਹੈ ਉਹ ਉਹਦੀ ਹੋਂਦ ਵਿੱਚ ਆਉਣ ਦੇ ਕਾਰਨ ਕਰਕੇ ਬਣਦੀ ਹੈ। SGPC ਅੱਜ ਤੋਂ 100 ਸਾਲ ਪਹਿਲਾਂ ਹੋਂਦ 'ਚ ਕਿਉਂ ਆਈ? ਸਭ ਤੋਂ ਵੱਡਾ ਸਿੱਖਾਂ ਨੂੰ ਇਹ ਸੋਚਣ ਦਾ ਸਵਾਲ ਹੈ ਕਿ ਉਸ ਤੋਂ ਪਹਿਲਾਂ ਦੇ ਕਿਹੋ ਜਿਹੇ ਹਾਲਾਤ ਸੀ ਕਿ ਉਸ ਵਕਤ ਦੇ ਬਹੁਤ ਹੀ ਸੂਝਵਾਨ ਤੇ ਸੱਚੇ ਸਿੱਖਾਂ ਨੇ ਇਸ ਵੱਡੀ ਸੰਸਥਾ ਬਾਰੇ ਸੰਕਲਪ ਵੀ ਲਿਆ, ਸੋਚਿਆ ਵੀ ਤੇ ਬਣਾਇਆ ਵੀ। ਉਹ ਇਹ ਸੀ ਕਿ ਜਦੋਂ ਦਾ ਸਿੱਖ ਧਰਮ ਸ਼ੁਰੂ ਹੋਇਆ ਗੁਰੂ ਨਾਨਕ ਸਾਹਿਬ ਜੀ ਤੋਂ, ਜਿਉਂ-ਜਿਉਂ ਸਮਾਂ ਬੀਤਦਾ ਰਿਹਾ ਅਨੇਕਾਂ ਤਰ੍ਹਾਂ ਦੇ ਰਾਜਸੀ ਹੁਕਮਰਾਨਾਂ ਨੇ ਆਪਣੇ ਤਰੀਕੇ ਨਾਲ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਚੁੱਪ ਕਰਾਉਣ ਦੀ ਹਰ ਕੋਸ਼ਿਸ਼ ਕੀਤੀ। ਜਿੱਦਾਂ ਸਿੱਟੇ ਦੇ ਤੌਰ ਤੇ ਕਈ ਹੁਕਮਰਾਨ ਐਸੇ ਆਏ ਜਿਨ੍ਹਾਂ ਨੇ ਇਹ ਦੇਖਿਆ ਕਿ ਇਹਨਾਂ ਦਾ ਜਿਹੜਾ ਲਗਾਓ ਹੈ, ਚਾਹੇ ਉਹ ਦਰਬਾਰ ਸਾਹਿਬ ਹੋਣ, ਚਾਹੇ ਉਹ ਨਨਕਾਣਾ ਸਾਹਿਬ ਹੋਣ, ਜਾਂ ਉਹ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਜਿਨ੍ਹਾਂ ਦਾ ਕੋਈ ਨਾ ਕੋਈ ਇਤਿਹਾਸ ਗੁਰੂ ਸਾਹਿਬ ਨਾਲ ਮਿਲਦਾ ਹੈ, ਉਹਨਾਂ ਤੋਂ ਇਹ ਇੰਸਪੀਰੇਸ਼ਨ ਲੈਂਦੇ ਨੇ। ਕਿਉਂ ਨਾ ਉੱਥੇ ਹੀ ਅਧਰਮੀ ਲੋਕਾਂ ਦਾ ਕਬਜ਼ਾ ਕਰਵਾਤਾ ਜਾਵੇ ਤੇ ਇਹ ਆਪਣੇ ਗੁਰਦੁਆਰੇ ਤੋਂ ਉਹ ਸਿੱਖਿਆ ਨਾ ਲੈਣ ਜੋ ਇਹਨਾਂ ਦੇ ਪੈਗੰਬਰ ਨੇ ਇਹਨਾਂ ਨੂੰ ਮੰਨਣ ਲਈ ਕਿਹਾ। ਇਹ ਮੇਨ ਕਾਰਨ ਹੈ ਜਦੋਂ SGPC ਨੇ ਆਪਣੀ ਡਿਊਟੀ ਸੰਭਾਲੀ। ਉਸ ਵੇਲੇ ਤਾਂ ਆਪਾਂ ਜਿਵੇਂ ਮੰਨੀਏ ਕਿ ਬ੍ਰਿਟਿਸ਼ ਸਾਮਰਾਜ ਸੀਗਾ, ਮਹਾਤਮਾ ਗਾਂਧੀ ਦੀ ਵੀ ਚਰਚਾ ਹੁੰਦੀ, ਕਹਿੰਦੇ ਉਹ ਵੀ ਕਹਿੰਦੇ ਸੀ ਕਿ ਜਦੋਂ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋ ਗਈ, ਸ਼੍ਰੋਮਣੀ ਕਮੇਟੀ ਬਣ ਗਈ, ਤਾਂ ਉਹ ਕਹਿੰਦੇ ਇੱਕ ਵੱਡੀ ਜਿੱਤ ਹੈ ਜਿਹੜੀ ਹੈ ਉਹ ਅਸੀਂ ਅੰਗਰੇਜ਼ ਹਕੂਮਤ ਦੇ ਖਿਲਾਫ ਜਿਹੜੀ ਉਹ ਵੱਡੀ ਜੰਗ, ਆਜ਼ਾਦੀ ਦੀ ਇੱਕ ਜੰਗ ਜਿੱਤ ਲਈ ਹੈ। ਉਸ ਤੋਂ ਬਾਅਦ ਚਲੋ ਬਾਅਦ ਵਿੱਚ ਭਾਰਤ ਆਜ਼ਾਦ ਹੋਇਆ। ਇਹੋ ਜਿਹੀਆਂ ਗੱਲਾਂ ਸੀ। ਮੈਂ ਇਸ ਗੱਲ ਤੇ ਆਉਣਾ, ਪਰ ਜਿਹੜਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਾਣ ਤੋਂ ਬਾਅਦ ਦਇਆਨੰਦ ਸਰਸਵਤੀ ਦਾ ਗੁਜਰਾਤ ਤੋਂ ਉੱਠ ਕੇ ਆਰੀਆ ਸਮਾਜ ਦਾ ਪ੍ਰਚਾਰ ਕਰਨ ਲਾਹੌਰ ਆਉਣਾ ਇੱਕ ਮਨਸੂਬਾ ਸੀ। ਉਸ ਮਨਸੂਬੇ ਤਹਿਤ ਉਹਨਾਂ ਨੇ ਲਾਹੌਰ ਦੇ ਲੋਕਾਂ ਨਾਲ ਗੱਲਾਂ ਕਰਕੇ
ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਕੇ ਸਿੱਖਾਂ ਨੂੰ ਇਹ ਮਨ 'ਚ ਪਾਇਆ ਕਿ ਤੁਸੀਂ ਹਿੰਦੂ ਧਰਮ ਦਾ ਇੱਕ ਹਿੱਸਾ ਹੋ। ਉਹਨਾਂ ਨੇ ਪਬਲਿਕ ਡਿਬੇਟਸ ਕੀਤੀਆਂ ਲਾਹੌਰ ਦੀਆਂ ਪਾਰਕਾਂ ਵਿੱਚ, ਪਬਲਿਕ ਥਾਵਾਂ ਤੇ ਜਾ ਕੇ, ਤੇ ਬਹੁਤ ਵੱਡੀ ਗਿਣਤੀ 'ਚ ਅਣਜਾਣ ਸਿੱਖ ਉਹਨਾਂ ਦੀ ਗੱਲ ਨਾਲ ਸਹਿਮਤ ਵੀ ਹੋ ਗਏ। ਪਰ ਉਸ ਵਕਤ ਦਾ ਸਭ ਤੋਂ ਸਮਝਦਾਰ ਸਿੱਖ ਮੈਂ ਕਹਾਂਗਾ, ਉਹਨੇ ਇਹ ਆਵਾਜ਼ ਦਇਆਨੰਦ ਦੇ ਖਿਲਾਫ ਲੌਜੀਕਲੀ ਉਠਾਈ ਦਲੀਲ ਦੇ ਨਾਲ ਕਿ ਤੁਹਾਡੀ ਕਹਿਣੀ ਗਲਤ ਹੈ, ਤੇ ਲਾਹੌਰ ਦੀਆਂ ਪਾਰਕਾਂ ਦੇ ਵਿੱਚ ਉਹਨਾਂ ਨੇ ਪਬਲਿਕ ਦੇ ਸਾਹਮਣੇ ਦਇਆਨੰਦ ਸਰਸਵਤੀ ਨੂੰ ਝੂਠਾ ਕੀਤਾ ਕਿ ਤੁਹਾਡਾ ਇਹ ਕਥਨ ਜਿਹੜਾ ਉਹ ਗਲਤ ਹੈ। ਉਹਦਾ ਨਾਂ ਸੀ ਗਿਆਨੀ ਦਿੱਤ ਸਿੰਘ ਤੇ ਨਾਲ ਪ੍ਰੋਫੈਸਰ ਗੁਰਮੁਖ ਸਿੰਘ। ਇਹਨਾਂ ਸੱਜਣਾ ਨੇ ਮਿਲ ਕੇ ਫਿਰ ਇੱਕ ਲਹਿਰ ਚਲਾਈ ਵੀ ਜੇਕਰ ਅਸੀਂ ਨਾ ਉੱਠੇ ਤਾਂ ਆਹ ਜਿਹੜੀ ਸੋਚ ਹੈ ਇਹ ਸਾਡੇ ਲੋਕਾਂ ਦੇ ਮਨ ਦੇ ਵਿੱਚ ਬੈਠ ਜਾਊਗੀ ਤੇ ਉਹ ਆਪਣੇ ਗੁਰੂ ਨਾਨਕ ਨੂੰ ਭੁੱਲ ਕੇ ਵੇਦਾਂ ਸ਼ਾਸਤਰਾਂ ਦੇ ਪਿੱਛੇ ਲੱਗ ਜਾਣਗੇ। ਉਹ ਕਿਹੜੀ ਸੋਚ ਨੂੰ ਧਾਰਨ ਕਰਵਾਉਣਾ ਚਾਹੁੰਦੇ ਸੀ? ਉਹ ਜਿਹੜੀ ਅੱਜ ਮਨੂਵਾਦੀ ਆਰਐਸ ਦੀ ਸੋਚ ਹੈ, ਭਾਵ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬ ਜੀ ਦਾ ਸਾਰਾ ਜੀਵਨ ਜਿਸ ਕਰਮਕਾਂਡ ਦੇ ਖਿਲਾਫ ਖੜਾ ਹੋਇਆ, ਉਹ ਚਾਹੁੰਦੇ ਸੀ ਵੀ ਸਿੱਖ ਵੀ ਇੱਕ ਸੈਕਟ ਦੇ ਰੂਪ ਵਿੱਚ ਉਸ ਸੋ ਕਾਲਡ ਹਿੰਦੂ ਧਰਮ ਦਾ ਇੱਕ ਹਿੱਸਾ ਬਣ ਜਾਣ ਤੇ ਇਹ ਆਪਣਾ ਕਰਮਕਾਂਡ ਸਿਰਫ ਕਰਮਕਾਂਡ ਦੇ ਰੂਪ ਵਿੱਚ ਕਰਨ, ਗੁਰਦੁਆਰੇ ਜਾਣ, ਵਾਪਸ ਆ ਜਾਣ, ਕਦੇ ਵੀ ਜ਼ੁਲਮ ਦੇ ਖਿਲਾਫ ਨਾ ਖੜਨ ਤੇ ਉਹ ਸੋਚ ਜਿਹੜੀ ਮੀਰੀ ਪੀਰੀ ਦੀ ਹੈ ਉਸ ਤੋਂ ਅਲੱਗਾ ਹੋ ਜਾਣ। ਉਹ ਜਿਹੜਾ ਸਿੰਘ ਸਭਾ ਲਹਿਰ ਚਲਾਈ, ਲਗਾਤਾਰ ਇਹ ਗੱਲਾਂ ਜਿਹੜੀਆਂ ਗਿਰਾਵਟਾਂ ਆ ਗਈਆਂ ਸੀ ਸਿੱਖ ਧਰਮ ਦੇ ਵਿੱਚ, ਖਾਸ ਕਰ ਆਪਣਾ ਰਾਜ ਜਾਣ ਤੋਂ ਬਾਅਦ ਜਿਹੜੇ ਗੁਲਾਮੀ ਸਵੀਕਾਰ ਕਰਨ ਲੱਗੇ ਸੀ, ਉਹਨਾਂ ਨੂੰ ਫਿਰ ਮਾਨਸਿਕ ਤੌਰ ਤੇ ਖੜਾ ਕੀਤਾ ਤੇ ਉਸ ਸਿੰਘ ਸਭਾ ਲਹਿਰ ਦੇ ਵਿੱਚੋਂ ਨਿਕਲਿਆ ਗੁਰਦੁਆਰਾ ਸੁਧਾਰ ਲਹਿਰ। ਗੁਰਦੁਆਰਾ ਸੁਧਾਰ ਲਹਿਰ ਜਦੋਂ ਅੱਗੇ ਚੱਲੀ ਤਾਂ ਉਹਦਾ ਪੱਕਾ ਕੋਈ ਫੈਸਲਾ ਜਦੋਂ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਨਰਾਇਣੂ ਮਹੰਤ ਤੋਂ ਖਾਲੀ ਕਰਵਾਉਣ ਵਾਸਤੇ ਜਦੋਂ ਜਹਿਦ ਦੇ ਵਿੱਚ 150 ਤੋਂ ਉੱਪਰ ਸਿੱਖਾਂ ਨੂੰ ਸ਼ਹੀਦੀ ਦੇਣੀ ਪਈ, ਤਾਂ ਦਾਨੇ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਸਾਰੇ ਗੁਰੂ ਸਾਹਿਬ ਦੇ ਜਿਹੜੇ ਅਸਥਾਨ ਨੇ ਜੇ ਇਹ ਇੱਕ ਇੱਕ ਕਰਕੇ ਕਰਾਂਗੇ। ਅੰਗਰੇਜ਼ ਹੁਕੂਮਤ ਇਹਨਾਂ ਦੀ ਉਸ ਟਾਈਮ ਪੱਖ ਪੂਰਦੀ ਸੀ, ਮਹੰਤਾਂ ਦੀ, ਜਿਵੇਂ ਅੱਜ ਬਾਦਲਾਂ ਦਾ ਪੂਰਦੀ ਹੈ ਸੈਂਟਰ ਦੀ ਗੌਰਮੈਂਟ, ਉਹਨੂੰ ਪੱਕੇ ਤੌਰ ਤੇ ਬਾਹਰ ਰੱਖਣ ਵਾਸਤੇ SGPC ਜਿਹੀ ਪੱਕੀ ਸੰਸਥਾ ਦੀ ਜਿਹੜੀ ਗੱਲ ਚੱਲੀ ਤੇ ਅੱਜ ਦੇ ਦਿਨ ਫਿਰ ਉਹ ਇੱਕ ਕਮੇਟੀ ਬਣੀ, ਜਿਸ ਕਮੇਟੀ ਨੇ ਹੌਲੀ ਹੌਲੀ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਕੰਟਰੋਲ ਜਿਹੜਾ ਹੈ, ਪ੍ਰਬੰਧਕ, ਉਹ ਆਪਣੇ ਥੱਲੇ ਲੈ ਲਿਆ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਦੋਂ SGPC ਦੀ ਸਥਾਪਨਾ ਹੋਈ ਹੈ, ਉਹ ਇਸ ਜਿੱਥੇ ਅੱਜ ਹੈ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਨੇ ਕੁ ਖਿੱਤੇ ਦੀ ਕਮੇਟੀ ਨਹੀਂ ਸੀ। ਇਹ ਜਿਹੜਾ 75% ਖਿੱਤਾ ਸੀ ਛੱਡ ਆਏ ਆ 47 ਦੀ ਮਜਬੂਰੀ ਦੇ ਵਿੱਚ, ਪਾਕਿਸਤਾਨ ਦਾ ਹਿੱਸਾ ਬਣ ਗਿਆ, ਉਸ ਤੇ ਇਸ ਖਿੱਤੇ ਦੀ ਸਾਂਝੀ ਕਮੇਟੀ ਸੀ, ਭਾਵ ਬਹੁਤ ਵੱਡੇ ਏਰੀਏ ਨੂੰ ਰਿਪਰੈਜ਼ੈਂਟ ਕਰਦੀ ਸੀ। ਅੱਜ ਸਾਨੂੰ ਮੁੜ ਸੋਚਣਾ ਪਏਗਾ, ਕਦੇ ਸਿੱਖਾਂ ਨੂੰ ਇਕੱਠੇ ਹੋ ਕੇ, ਲੜ ਕੇ ਨਹੀਂ, ਲੜ ਕੇ ਮਸਲਾ ਨਹੀਂ ਹੱਲ ਹੋਣਾ। ਸਬਕਾ ਹੋਰ ਸਾਡੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਇੱਕ ਨਿਰਾਸ਼ਤਾ ਜਾਊਗੀ, ਕਿਤੇ ਸਹਿਮਤੀ ਦੇ ਨਾਲ, ਦਲੀਲ ਦੇ ਨਾਲ ਕਿ ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਕਾਰਜਕਾਲ ਕਿਸ ਤਰ੍ਹਾਂ ਤੈਅ ਕੀਤੇ ਜਾਣ। ਖਾਸ ਕਰਕੇ ਮੈਂ ਉਦਾਹਰਨ ਦੇ ਤੌਰ ਤੇ ਦਿੰਦਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ, ਕਿਉਂਕਿ ਸਾਰੀ ਕੌਮ ਦਾ ਹੁੰਦਾ ਹੈ, ਜਿਵੇਂ ਪੋਪ ਸਾਰੀ ਈਸਾਈ ਕੌਮ ਦਾ ਹੁੰਦਾ ਹੈ, ਉਹ ਈਸਾਈ ਇੰਡੀਆ 'ਚ ਰਹਿੰਦਾ ਹੈ ਜਾਂ ਇੰਗਲੈਂਡ 'ਚ ਰਹਿੰਦਾ ਜਾਂ ਅਮਰੀਕਾ 'ਚ, ਇਹ ਸਵਾਲ ਨਹੀਂ ਹੈ। ਉਹਨਾਂ ਦਾ ਧਾਰਮਿਕ ਆਗੂ ਜਿਹੜਾ ਹੈ ਉਹ ਪੋਪ ਹੈ, ਜਿਹੜਾ ਰੋਮ ਦੇ ਵਿੱਚ ਰਹਿੰਦਾ, ਜਿਹੜਾ ਇਟਲੀ ਦੇ ਵਿੱਚ ਰਹਿੰਦਾ। ਇਸੇ ਤਰ੍ਹਾਂ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਹੈ, ਸਾਰੇ ਸਿੱਖਾਂ ਨੂੰ ਉਹਨੂੰ ਮੰਨਦੇ ਨੇ, ਪਰ ਉਹਦੀ ਚੋਣ ਦੇ ਵਿੱਚ ਬਹੁਤ ਛੋਟਾ ਖਿੱਤਾ ਜਿਹੜਾ ਹੈ, ਉਸ ਹਿਸਾਬ ਨਾਲ ਕਿ ਜਿੱਥੇ ਤੱਕ ਅਸੀਂ ਸਿੱਖ ਰਹਿੰਦੇ ਹਾਂ ਉਹ ਆਪਣਾ ਹਿੱਸਾ ਪਾਉਂਦਾ ਹੈ। ਪਾਰਦਰਸ਼ਤਾ ਨਹੀਂ। ਆਪਾਂ ਹੁਣ ਇੱਥੇ ਗੱਲ ਕਰੀਏ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤਾਂ ਹੋ ਗਈ, ਪਰ ਸਿਆਸੀ ਦਖਲਅੰਦਾਜ਼ੀ ਕਦੋਂ ਤੋਂ ਸ਼ੁਰੂ ਹੋਈ ਸ਼੍ਰੋਮਣੀ ਕਮੇਟੀ ਦੇ ਵਿੱਚ, ਜਿਹਦੇ ਤੇ ਅੱਜ ਵੀ ਜਿਹੜੀਆਂ ਤੋਹਮਤਾਂ ਅੱਜ ਵੀ ਇੱਕ ਮੱਥੇ ਤੇ ਕਲੰਕ ਦੇ ਬਰਾਬਰ ਬਣ ਜਾਂਦਾ ਕਿ ਇੱਥੇ ਸਿਆਸੀ ਦਖਲਅੰਦਾਜ਼ੀ ਇੰਨੀ ਜ਼ਿਆਦਾ, ਉਹਦੀਆਂ ਜੜ੍ਹਾਂ ਪੁੱਟਣੀਆਂ ਪੈਣੀਆਂ? ਦੇਖੋ, ਸਿਆਸਤ ਤਾਂ ਸ਼ੁਰੂ ਤੋਂ ਵੀ ਇਹਦੇ ਨਾਲ ਹੋਏਗੀ, ਪਰ ਉਹ ਸਿਧਾਂਤਕ ਸਿਆਸਤ ਸੀ, ਜਿਹਦੇ ਵਿੱਚ ਜਿਹੜਾ ਤੁਸੀਂ ਇੱਕ ਸਵਾਲ ਗਾਂਧੀ ਵਾਲਾ ਕੀਤਾ ਸੀ, ਮਹਾਤਮਾ ਗਾਂਧੀ ਵਾਲਾ, ਕਿ ਉਹਨਾਂ ਨੇ ਲੜਾਈ ਦੀ ਜਿੱਤ ਬਾਰੇ ਕਿਹਾ ਸੀ। ਜਿੱਦ ਤੱਕ ਮੇਰੀ ਯਾਦ ਕੰਮ ਕਰਦੀ ਹੈ, 1931 ਦੇ ਵਿੱਚ
ਬਾਬਾ ਖੜਕ ਸਿੰਘ ਨੇ ਚਾਬੀਆਂ ਦਾ ਮੋਰਚਾ ਲਾਇਆ ਸੀ। ਚਾਬੀਆਂ ਦਾ ਮੋਰਚੇ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਕਮੇਟੀ ਬਣ ਜਾਣ ਤੋਂ ਬਾਅਦ ਵੀ ਗੁਰਦੁਆਰਿਆਂ ਦੀਆਂ ਚਾਬੀਆਂ, ਖਾਸ ਕਰ ਖਜ਼ਾਨਿਆਂ ਦੀਆਂ ਚਾਬੀਆਂ, ਅੰਗਰੇਜ਼ ਦਾ ਜਿਹੜਾ ਡੀਸੀ ਹੁੰਦਾ ਸੀ ਉਹਦੇ ਕੋਲ ਹੁੰਦੀਆਂ ਸੀ। ਬਾਬਾ ਖੜਕ ਸਿੰਘ ਨੇ, ਕਿਉਂਕਿ ਅਕਾਲੀ ਦਲ ਉਸ ਟਾਈਮ ਬਣ ਚੁੱਕਾ ਸੀ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਨੇ ਕਿਹਾ ਕਿ ਗੁਰਦੁਆਰੇ ਸਾਡੇ ਕੰਟਰੋਲ 'ਚ ਨੇ ਤੇ ਖਜ਼ਾਨਾ ਜਿਹੜਾ ਹੈ, ਚਾਬੀਆਂ ਜਿਹੜੀਆਂ ਹਨ ਉਹ ਫਿਰ ਸਰਕਾਰ ਦੇ ਕੰਟਰੋਲ 'ਚ ਕਿਉਂ ਰਹਿਣ। ਉਹਨਾਂ ਨੇ ਇੱਕ ਮੋਰਚਾ ਲਾਇਆ, ਉਹ ਮੋਰਚਾ ਸਫਲ ਹੋ ਗਿਆ ਤੇ ਅੰਗਰੇਜ਼ ਡੀਸੀ ਅੰਮ੍ਰਿਤਸਰ ਸਾਹਿਬ ਦਾ ਆਪ ਖੁਦ ਆ ਕੇ ਦਰਬਾਰ ਸਾਹਿਬ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਫੜਾ ਕੇ ਗਿਆ। ਇੱਥੇ ਗਾਂਧੀ ਨੇ ਇੱਕ ਟੈਲੀਗ੍ਰਾਮ ਲਿਖੀ ਜਿਹੜੀ ਅੱਜ ਵੀ ਦਰਬਾਰ ਸਾਹਿਬ ਮਿਊਜ਼ੀਅਮ 'ਚ ਪਈ ਹੈ, ਓਰੀਜਨਲ, ਕਿ the first step of freedom war is won। ਆਜ਼ਾਦੀ ਦੀ ਲੜਾਈ ਦਾ ਪਹਿਲਾ ਕਦਮ ਜਿੱਤਿਆ ਗਿਆ। ਮੈਂ ਇੱਥੇ ਇੱਕ ਹੋਰ ਵੀ ਥੋੜ੍ਹਾ ਜਿਹਾ ਇੱਥੇ ਸਿੱਖ ਆਵਾਮ ਨੂੰ ਜਾਗਰਤ ਕਰਨਾ ਚਾਹੁੰਦਾ ਕਿ ਗਾਂਧੀ ਕੇਵਲ ਇੱਕ ਮਹਾਤਮਾ ਨਹੀਂ ਸੀ, ਬਲਕਿ ਉਹ ਇੱਕ ਬਹੁਤ ਪੜ੍ਹਿਆ ਲਿਖਿਆ ਵਕੀਲ ਸੀ ਜਿਹੜਾ ਅਫਰੀਕਾ 'ਚ ਪੜ੍ਹ ਕੇ ਆਇਆ ਸੀ। ਉਹਨੇ ਸਿੱਖਾਂ ਦੀ ਮੂਵਮੈਂਟ ਜਿਹੜੀ ਗਿਆਨੀ ਦਿੱਤ ਸਿੰਘ 1875 ਤੋਂ ਸ਼ੁਰੂ ਹੋਈ, 25 ਸਾਲ ਉਹ ਤੇ 31 ਸਾਲ ਇਹਨਾਂ 56 ਸਾਲਾਂ ਦੀ ਜਿਹੜੀ ਸਿੱਖ ਸਟਰਗਲ ਚੱਲ ਰਹੀ ਸੀ, ਜਿਹੜੀ ਅੱਡ-ਅੱਡ ਪੜਾਵਾਂ 'ਚ ਮੈਂ ਗੱਲ ਕੀਤੀ ਹੈ ਕਿ ਹੋ ਕੇ ਆਈ, ਉਹਨੂੰ ਡਿਪਲੋਮੈਟਿਕਲੀ ਸਿੱਖ ਸਟਰਗਲ ਨੂੰ ਇੰਡੀਪੈਂਡੈਂਸ ਸਟਰਗਲ ਦੇ ਵਿੱਚ ਕਨਵਰਟ ਕਰਤਾ, ਜਦ ਕਿ ਇਹ ਸੱਚਾਈ ਨਹੀਂ ਸੀ। ਸਿੱਖ ਆਪਣੀ ਲੜਾਈ ਲੜ ਰਹੇ ਸੀ, ਉਹ ਆਪਣੀ ਆਜ਼ਾਦੀ ਦੀ, ਆਪਣੇ ਸਿਧਾਂਤਕ ਲੜਾਈ ਲੜ ਰਹੇ ਸੀ। ਇੰਡੀਪੈਂਡੈਂਸ ਦੇ ਵਿੱਚ ਕੁਝ ਸਿੱਖ ਸੀਗੇ, ਭਾਰਤ ਦੀ ਆਜ਼ਾਦੀ ਨਾਲ ਜੋੜ ਦਿੱਤਾ ਗਿਆ ਇਸ ਟੈਲੀਗ੍ਰਾਮ ਦੇ ਨਾਲ, ਕਿਉਂਕਿ ਜਿੱਤੀ ਤਾਂ ਉਹਨਾਂ ਨੇ ਸਿੱਖਾਂ ਦੀ ਲੜਾਈ। ਉਹਨੇ ਕਹਿਤਾ ਇੰਡੀਪੈਂਡੈਂਸ ਦੀ ਪਹਿਲੀ ਲੜਾਈ ਜਿੱਤੀ ਗਈ ਹੈ। ਉਹਨੂੰ ਅਸੀਂ ਉਸ ਟਾਈਮ ਡਿਨਾਈ ਵੀ ਨਹੀਂ ਕਰ ਸਕਦੇ ਸੀ, ਪਰ ਜਦੋਂ ਸੋਚਦੇ ਹਾਂ ਇਹ ਇੱਕ ਚਾਲ ਸੀ। ਸੋ ਅੱਗੇ ਚੱਲੀਏ। 47 ਤੋਂ ਪਹਿਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਮੇਟੀ ਦੀਆਂ ਚੋਣਾਂ ਜੋ ਨਿਰਧਾਰਿਤ ਕੀਤੀਆਂ ਗਈਆਂ ਸੀ ਉਹ ਹੁੰਦੀਆਂ ਰਹੀਆਂ। 37 ਤੋਂ 47 ਤੱਕ ਚੋਣਾਂ ਨਹੀਂ ਹੋਈਆਂ। ਹਾਲਾਤ ਇਹੋ ਜਿਹੇ ਚੱਲ ਰਹੇ ਸੀ, ਵਰਲਡ ਵਾਰ ਲੱਗ ਗਈ, ਉੱਧਰ ਧਿਆਨ ਹੋ ਗਿਆ ਤੇ ਸਿੱਖ ਵੀ ਬਹੁਤ ਫੌਜੀ ਗਏ। 47 ਤੋਂ ਬਾਅਦ ਜਾਂ 1925 ਤੋਂ ਲੈ ਕੇ ਅੱਜ 2020 ਹੈ, ਹਰ 5 ਸਾਲ ਬਾਅਦ ਵੋਟਾਂ ਦਾ ਪ੍ਰਾਵਧਾਨ ਹੈ, ਪ੍ਰਬੰਧ ਬਣਾਇਆ ਗਿਆ ਹੈ। ਪਰ ਹਜੇ ਤੱਕ ਤੁਹਾਨੂੰ ਇਹ ਸੁਣ ਕੇ ਹੈਰਾਨਗੀ ਹੋਏਗੀ ਕਿ ਜਿਹੜੀਆਂ 19 ਵਾਰ ਵੋਟਾਂ ਪੈਣੀਆਂ ਸੀ ਉਹ ਸਿਰਫ 8 ਜਾਂ 9 ਵਾਰ ਹੀ ਪਈਆਂ ਨੇ। ਹੁਣ ਇੱਥੇ ਮੈਂ ਸਿਆਸੀ ਦਖਲ ਦੀ ਗੱਲ ਕਰਦਾ, ਇਹ ਸਿਆਸੀ ਦਖਲ ਹੀ ਸੀ ਨੈਗੇਟਿਵ। ਹੁਣ ਮੈਂ ਪਹਿਲਾਂ ਪੋਜ਼ਿਟਿਵ ਸਿਧਾਂਤਕ ਦੀ ਗੱਲ ਕੀਤੀ ਹੈ, ਨੈਗੇਟਿਵ ਸਿਆਸੀ ਲੋਕਾਂ ਦਾ ਦਖਲ ਸੀ ਜਿਹੜੇ ਇਹਦੇ ਖਜ਼ਾਨੇ ਨੂੰ ਆਪਣੇ ਨਿੱਜ ਸਵਾਰਥਾਂ ਲਈ, ਆਪਣੇ ਨੇੜੇ ਦੇ ਲੋਕਾਂ ਲਈ ਵਰਤਣਾ ਚਾਹੁੰਦੇ ਸੀ। ਉਹਨਾਂ ਨੇ ਇਹਨਾਂ ਦੀਆਂ ਚੋਣਾਂ ਨਾ ਕਰਵਾ ਕੇ ਹਮੇਸ਼ਾ ਦੇ ਲਈ ਜਾਂ ਲੰਮੇ ਸਮੇਂ ਦੇ ਲਈ ਇਸ ਕਮੇਟੀ ਦਾ ਪ੍ਰਬੰਧ ਆਪਣੇ ਕੋਲ ਰੱਖਿਆ। ਉਹਦੇ ਵਿੱਚ ਮੇਰੀ ਯਾਦ ਮੁਤਾਬਕ ਸਭ ਤੋਂ ਪਹਿਲਾ ਸ਼ਖਸ ਜਿਹੜਾ ਸੀ ਉਹ ਸੰਤ ਫਤਿਹ ਸਿੰਘ ਹੁਣੀ, ਸੰਤ ਚੰਨਣ ਸਿੰਘ ਹੁਣੀ ਤੇ ਉਹਨਾਂ ਦਾ ਚੇਲਾ ਜਿਹੜਾ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ, ਗੁਰਚਰਨ ਸਿੰਘ ਟੋੜਾ, ਜਿਨੇ ਹਰ ਪੋਲੀਟੀਕਲ ਹਰਬਾ ਵਰਤਿਆ ਕਿ ਚੋਣਾਂ ਨਾ ਹੋਣ ਤੇ ਮੈਂ ਪ੍ਰਧਾਨ ਬਣਿਆ ਰਹਾ। ਤੇ 27 ਸਾਲ ਉਹ ਪ੍ਰਧਾਨ ਬਣ ਕੇ ਆਪਣਾ ਰਿਕਾਰਡ ਤਾਂ ਬਣਾ ਗਿਆ, ਪਰ ਕੌਮ ਨੂੰ ਉਹ ਸੈਂਟਰ ਦੀਆਂ ਏਜੰਸੀਆਂ ਕੋਲ ਵੇਚ ਗਿਆ। ਜਦੋਂ ਉਹਨੇ ਹਰਕਿਸ਼ਨ ਸਿੰਘ ਸੁਰਜੀਤ ਕਾਮਰੇਡ ਰਾਹੀਂ ਇੰਦਰਾ ਗਾਂਧੀ ਨੂੰ ਅਪਰੋਚ ਕਰਨੀ ਹੈ ਕਿ ਵੋਟਾਂ ਹਜੇ ਵੀ ਨਾ ਕਰਾਓ, ਜਿਵੇਂ ਕਿ ਹੁਣ ਵੀ 10 ਸਾਲ ਬਾਅਦ ਹੋਣ ਦੀ ਗੱਲ ਚੱਲ ਰਹੀ ਹੈ ਹਜੇ, ਉਹ ਫਿਰ ਏਜੰਸੀਆਂ ਮਨ ਦਾ ਭੇਦ ਲੈ ਜਾਂਦੀਆਂ ਨੇ ਵੀ ਇਹ ਲਾਲਚੀ ਲੋਕ ਨੇ, ਇਹਨਾਂ ਨੂੰ ਜੇ ਅਸੀਂ ਵਰਤਣਾ ਤਾਂ ਇਹਨਾਂ ਦੇ ਸਿਧਾਂਤ ਦੇ ਵਿੱਚ ਅਸੀਂ ਆਪਣੇ ਬੰਦੇ ਫਿੱਟ ਕਰ ਦਈਏ, ਕਿਉਂਕਿ ਇਹ ਤਾਂ ਬੋਲ ਨਹੀਂ ਸਕਣਗੇ, ਕਿਉਂਕਿ ਇਹ ਤਾਂ ਸਾਡੇ ਤੋਂ ਰਾਜ ਲੈਂਦੇ ਨੇ, ਰਾਜ ਦੀ ਖਰਾਤ ਲੰਬੀ ਕਰਦੇ ਨੇ, ਮੰਗਦੇ ਨੇ। ਸੋ ਉਹ ਤੋਂ ਬਾਅਦ ਟੋੜਾ ਇੰਨਾ ਜ਼ਿਆਦਾ ਮਤਲਬ ਕਿ ਨੰਗਾ ਚੱਟਾ ਸਿੱਖਾਂ ਦੇ ਸਿਧਾਂਤਾਂ ਨੂੰ ਵਿਰੋਧ ਨਹੀਂ ਕਰ ਸਕਿਆ ਆਪ, ਪਰ ਬਾਦਲ ਆ ਗਿਆ ਟੋੜੇ ਦੇ ਜਾਣ ਤੋਂ ਬਾਅਦ ਪੱਕੇ ਤੌਰ ਤੇ SGPC ਵਿੱਚ ਵੀ, ਤਾਂ ਉਹਨਾਂ ਨੇ ਜਿਹੜੀ ਤੁਸੀਂ ਦਖਲਅੰਦਾਜ਼ੀ ਦੀ ਗੱਲ ਕੀਤੀ ਹੈ ਉਹ ਤਾਂ ਹੀ ਚਰਚੇ ਹੁੰਦੇ ਨੇ। ਉਹਨਾਂ ਨੇ ਤਾਂ ਲੰਗਰ ਤੋਂ ਲੈ ਕੇ ਹਸਪਤਾਲਾਂ ਤੇ ਟਰਸਟਾਂ ਨੂੰ ਨਿੱਜੀ ਰੂਪ 'ਚ ਵਰਤਣ ਤੋਂ ਲੈ ਕੇ, ਕਮਰਿਆਂ ਤੋਂ ਲੈ ਕੇ
ਹਰ ਚੀਜ਼ ਦਾ ਜਿਹੜਾ ਪੈਸਾ ਸੀ, ਕਿਉਂਕਿ ਬਹੁਤ ਵੱਡਾ ਬਜਟ ਹੁੰਦਾ ਹੈ SGPC ਦਾ, 1200 ਕਰੋੜ ਦਾ ਹੁੰਦਾ ਹੈ। ਇਸ ਵਾਰੀ ਕੋਵਿਡ ਕਰਕੇ 950 ਕਰੋੜ ਦਾ ਹੋਇਆ ਹੈ, ਸਾਲ ਬਾਅਦ ਫਿਰ 19, ਮਤਲਬ ਕਿ 12 ਅਰਬ ਰੁਪਈਆ ਜਦੋਂ ਤੁਸੀਂ ਖਰਚਣਾ ਇੱਕ ਬੰਦੇ ਨੇ, ਤੇ ਉਹਦੇ ਪਿੱਛੇ ਬਾਦਲ ਬੈਠੇ ਨੇ, ਉਹਨਾਂ ਦੀ ਮਰਜ਼ੀ ਨਾਲ ਮਤਲਬ ਕਿ ਕਰੋੜ 12 ਕਰੋੜ ਦਾ ਟੈਂਟ ਲਾਤਾ ਸੁਲਤਾਨਪੁਰ ਲੋਧੀ। ਅੱਜ ਤੱਕ ਨਹੀਂ ਹਿਸਾਬ ਲੱਗ ਸਕਿਆ ਕਿ 12 ਕਰੋੜ ਦਾ ਉੱਥੇ ਕੀ ਸੀ। ਮਤਲਬ ਕੀ ਹੈ ਕਿ 1 ਕਰੋੜ ਜਾਂ 2 ਕਰੋੜ ਦਾ ਉੱਥੇ ਖਰਚਾ ਆਇਆ, ਮੈਨੇਜਰਾਂ ਨੂੰ ਕਿਹਾ 12 ਕਰੋੜ, ਉਹ 10 ਕਰੋੜ ਕਿਹਦੀ ਜੇਬ 'ਚ ਗਿਆ? ਉਹ ਪ੍ਰਧਾਨ ਦੀ ਜੇਬ 'ਚ ਵੀ ਗਿਆ, ਉਹ ਬਾਦਲ ਦੀ ਜੇਬ 'ਚ ਵੀ। ਉਹ ਕੰਟਰੋਲ ਤਾਂ ਬਾਦਲ ਕਰਦਾ, SGPC ਦੇ ਮੈਂਬਰ ਉਹ ਖੜੇ ਕਰਦਾ, ਉਹ ਜਿਤਵਾਉਂਦਾ ਹੈ। ਸੋ ਜਿਹੜਾ ਸਿਆਸੀ ਦਖਲ ਹੈ ਉਹਦਾ ਚਰਚਾ ਹੋਣਾ ਲਾਜ਼ਮੀ ਹੈ। ਪ੍ਰੋਫੈਸਰ ਸਾਹਿਬ, ਜੇ ਆਪਾਂ ਇੱਥੇ ਮੰਨੀਏ ਕਿ ਤੁਸੀਂ ਕਹਿੰਦੇ ਹੋ ਕਿ ਬਾਦਲਾਂ ਦੀ ਐਂਟਰੀ ਨੂੰ ਜੇ ਦੇਖੀਏ ਤਾਂ ਸ਼੍ਰੋਮਣੀ ਕਮੇਟੀ ਵਿੱਚ ਐਂਟਰੀ ਕਿੱਦਾਂ ਹੋ ਗਈ ਇਹਨਾਂ ਦੀ? ਕਿਸ ਤਰ੍ਹਾਂ ਇਹਨਾਂ ਨੂੰ ਕਿੰਨੇ ਰਾਹ ਦਿੱਤਾ ਕਿ ਸ਼੍ਰੋਮਣੀ ਕਮੇਟੀ ਤੇ ਅੰਦਰ ਜਿਹੜਾ ਸਾਰੀਆਂ ਨਿਯੁਕਤੀਆਂ ਜਿਹੜੀਆਂ ਹਰ ਚੀਜ਼ ਇਹਨਾਂ ਦੇ ਹੱਥ ਵਿੱਚ ਆ ਗਈ? ਉਦੋਂ ਜਦੋਂ ਮਾਸਟਰ ਤਾਰਾ ਸਿੰਘ 47 ਦੇ ਫੇਲੂਅਰ ਤੋਂ ਬਾਅਦ ਇਸ ਗੱਲ ਦੇ ਉੱਤੇ ਦੁੱਖ ਮਹਿਸੂਸ ਕਰ ਰਿਹਾ ਸੀ, ਸਾਡੇ ਤੋਂ ਗਲਤੀ ਹੋ ਗਈ, ਤੇ ਉਹ ਹੈ ਪੰਥਕ ਸੀ। ਦੇਖੋ, ਅਣਜਾਣ ਹੋਣਾ ਹੋਰ ਗੱਲ ਹੈ, ਬੇਈਮਾਨ ਹੋਣਾ ਹੋਰ ਗੱਲ ਹੈ। ਉਹ ਅਣਜਾਣ ਤਾਂ ਸੀ ਪਰ ਬੇਈਮਾਨ ਨਹੀਂ ਸੀ। ਉਹਨੂੰ ਸਿੱਖ ਪੋਲਿਟਿਕਸ ਤੋਂ ਦੂਰ ਕਰਨ ਵਾਸਤੇ ਸੈਂਟਰ ਦੀਆਂ ਏਜੰਸੀਆਂ ਨੇ ਚੰਨਣ ਸਿੰਘ ਤੇ ਫਤਿਹ ਸਿੰਘ ਨੂੰ ਅੱਗੇ ਲਿਆਂਦਾ। ਉਦੋਂ ਇਹ ਪੋਲੀਟੀਕਲ ਲੜਾਈ ਬਣ ਗਈ SGPC ਦੀ, ਜਿਹੜੀ ਕਿ ਪਹਿਲਾਂ ਕੇਵਲ ਸਿੱਖ ਲੜਦੇ ਸੀ। ਇੱਕ ਗੱਲ ਤਾਂ ਮੈਂ ਮੰਨਦਾ ਕਿ ਜਿੱਥੇ ਇਲੈਕਸ਼ਨ ਲਫ਼ਜ਼ ਆ ਜਾਊਗਾ ਉੱਥੇ ਪੋਲੀਟੀਕਲ ਦਖਲ ਹੋਊਗਾ, ਪਰ ਪੋਲੀਟੀਕਲ ਦਖਲ ਜਿਵੇਂ ਕਿ ਮੀਰੀ ਪੀਰੀ ਦੀ ਗੱਲ ਕਰਦੇ ਆਪਾਂ, ਮੀਰੀ ਪੀਰੀ ਕਹਿੰਦੀ ਹੈ ਕਿ ਸਾਨੂੰ ਪੋਲਿਟਿਕਸ ਵਿੱਚ ਵੀ ਹਿੱਸਾ ਲੈਣਾ ਹੈ, ਸਾਨੂੰ ਧਰਮ ਵਿੱਚ ਵੀ ਹਿੱਸਾ ਲੈਣਾ ਹੈ, ਪਰ ਪੋਲਿਟਿਕਸ ਧਾਰਮਿਕ ਸਿਧਾਂਤ ਦੇ ਹੇਠਾਂ ਹੋਣੀ ਚਾਹੀਦੀ ਹੈ, ਨਾ ਕਿ ਧਰਮ ਜਿਹੜਾ ਹੈ ਉਹ ਪੋਲੀਟੀਕਲ ਸਿਧਾਂਤ ਦੇ ਥੱਲੇ ਹੋਵੇ। ਸੋ ਉਹ ਚੀਜ਼ ਜਦੋਂ ਟੁੱਟੀ ਤੋੜੀ ਗਈ, ਹੌਲੀ ਹੌਲੀ ਡਿਟੀਰੋਰੇਟ ਹੋ ਕੇ ਪੋਲੀਟੀਕਲ ਪਾਰਟੀਆਂ, ਪਹਿਲਾਂ ਟੋੜਾ ਫਿਰ ਬਾਦਲ ਤੁਸੀਂ ਪੁੱਛਿਆ, ਉਹ ਇਸ ਤਰ੍ਹਾਂ ਐਂਟਰ ਕੀਤੇ ਕਿ ਸਿੱਧੇ ਰੂਪ 'ਚ ਅਕਾਲੀ ਦਲ ਬਾਦਲ ਬੰਦੇ ਖੜੇ ਕਰ ਰਿਹਾ ਹੈ, ਅਸੀਂ ਵੀ ਕਰਦੇ ਹਾਂ, ਹੋਰ ਵੀ ਜਿਹਦਾ ਜ਼ੋਰ ਚੱਲਦਾ, ਚਾਹੇ ਸ਼ਰਾਬ ਰਾਹੀਂ ਚੱਲਦਾ, ਚਾਹੇ ਉਹ ਭੁੱਕੀ ਰਾਹੀਂ ਚੱਲਦਾ, ਚਾਹੇ ਸਰਕਾਰੀ ਦਬਾਅ ਰਾਹੀਂ ਚੱਲਦਾ। ਮੈਂ ਉਦਾਹਰਨ ਦਿੰਦਾ, ਇਸ ਤੋਂ ਤੁਹਾਨੂੰ ਸਾਡੇ ਆਵਾਮ ਨੂੰ ਪਤਾ ਲੱਗ ਜੂਗਾ ਵੀ ਕਿਵੇਂ ਦਖਲ ਕੰਮ ਕਰਦੇ ਨੇ। 1978 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਇਸ ਫੀਲਡ 'ਚ ਆਏ, ਜਦੋਂ ਅਕਾਲੀ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਸੀ, ਤੇ ਧਾਰਮਿਕ ਤੌਰ ਤੇ ਸਿਧਾਂਤ ਹੀਣਾ ਉਹਨਾਂ ਨੂੰ ਸਵੀਕਾਰ ਨਹੀਂ ਸੀ, ਜਾਂ ਉਹ ਕਹਿੰਦੇ ਸੀ ਕਿ ਮੇਰੀ ਡਿਊਟੀ ਬਣਦੀ ਹੈ ਕਿ ਜੇਕਰ ਕੋਈ ਧਾਰਮਿਕ ਅਵਗਿਆ ਹੁੰਦੀ ਹੈ ਤਾਂ ਮੈਂ ਉਹਦੇ 'ਚ ਦਖਲ ਕਰਾਂ। ਉਹਨਾਂ ਨੇ ਜਦੋਂ ਦਖਲ ਕੀਤਾ ਤਾਂ ਤਲਵੰਡੀ ਵਰਗੇ ਬੰਦਿਆਂ ਨੇ ਕਿਹਾ ਕਿ ਬਦਾਮ ਖਾਣੇ ਸਾਧ ਨੂੰ ਕੀ ਪਤਾ ਹੈ ਪੋਲਿਟਿਕਸ ਕੀ ਹੁੰਦੀ ਹੈ, ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਉਹਨਾਂ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਕਿ ਅਸੀਂ ਹੁਣ ਕੀ ਕਰੀਏ, ਤਾਂ ਉੱਥੇ ਸਿੱਟਾ ਇਹ ਨਿਕਲਿਆ 79 ਦੇ ਵਿੱਚ ਕਿ ਅਸੀਂ ਵੀ ਆਪਣੇ SGPC ਮੈਂਬਰ ਖੜੇ ਕਰਾਂਗੇ। ਉਦਾਹਰਨ ਇਹ ਹੈ ਕਿ ਬਿਆਸ ਏਰੀਏ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਨੂੰ ਸੰਤਾਂ ਨੇ ਟਕਸਾਲ ਵੱਲੋਂ SGPC ਦਾ ਮੈਂਬਰ ਖੜਾਤਾ, ਜਿਹੜੇ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ। ਬਾਦਲ ਨੇ ਉਹਨਾਂ ਦੇ ਖਿਲਾਫ ਸਹਿਮਤੀ ਕਰਨ ਦੀ ਬਜਾਏ ਆਪਣਾ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਲ, ਜਿਹਨੇ ਬਾਅਦ ਚ ਨਿਰੰਕਾਰੀ ਵੀ ਪਹਿਲਾਂ ਮਰਵਾਏ ਸੀ, ਮੀਨਸ 1 ਸਾਲ ਪਹਿਲਾਂ ਜਿਹਨੇ ਅੰਦਰ ਨਿਰੰਕਾਰੀ ਭਵਨ 'ਚ ਖੜ ਕੇ ਅੰਮ੍ਰਿਤਸਰ ਨਿਰੰਕਾਰੀਆਂ ਤੋਂ ਸਿੱਖ ਮਰਵਾਏ ਸੀ, ਉਸ ਬੰਦੇ ਨੂੰ ਟਿਕਟ ਦੇਤੀ। ਹੁਣ ਉਹ ਮਾਲ ਮੰਤਰੀ ਹੈ ਤੇ ਉਹ ਹਾਰ ਰਿਹਾ ਹੈ, ਤਾਂ ਉਹ ਫਿਰ ਬਾਦਲ ਆਪਣਾ ਸਾਰਾ ਮਤਲਬ ਕਿ ਮੰਤਰੀ ਮੰਡਲ ਲੈ ਕੇ ਬਿਆਸ ਦੇ ਰੈਸਟ ਹਾਊਸ ਦੇ ਵਿੱਚ ਬਹਿ ਗਿਆ, ਤੇ ਬਿਆਸ ਵਾਲੇ ਬਾਬੇ ਰਾਧਾ ਸਵਾਮੀ ਨਾਲ ਗੱਲ ਕਰਕੇ, ਉਦੋਂ ਚਰਨ ਸਿੰਘ ਜੀ ਹੁੰਦੇ ਸੀ, ਉਹਨਾਂ ਨਾਲ ਗੱਲ ਕਰਕੇ ਟੋਟਲ ਵੋਟਾਂ ਆਪ ਕੋਲ ਬੈਠ ਕੇ ਭਾਈ ਸਾਹਿਬ ਨੂੰ ਹਰਾਉਣ ਵਾਸਤੇ ਉਹਨੇ ਜੀਵਨ ਸਿੰਘ ਉਮਰਾ ਨੰਗਲ ਨੂੰ ਪਵਾਈਆਂ। ਸੋ ਇਸ ਤਰ੍ਹਾਂ ਦੀ ਜਦੋਂ ਦਖਲਅੰਦਾਜ਼ੀ ਹੋ ਗਈ, ਜਦੋਂ ਤੱਕ ਤਾਂ ਸੰਤ ਜਰਨੈਲ ਸਿੰਘ ਜੀ ਸ਼ਹੀਦ ਨਹੀਂ ਹੋਏ, ਉਨੀ ਦੇਰ ਤੱਕ ਘੱਟੋ ਘੱਟ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਐਸੀ ਗੱਲ ਸ਼੍ਰੋਮਣੀ ਕਮੇਟੀ ਦੇ ਚਾਹੁੰਦਿਆਂ ਹੋਇਆ ਵੀ ਨਹੀਂ ਹੋਈ ਜਿਹੜੀ ਕਿ ਸਿੱਖ ਸਿਧਾਂਤ ਦੇ ਉਲਟ ਸੀ। ਅੱਛਾ, ਇੱਕ ਇਹਨਾਂ ਸਮਿਆਂ ਦੇ ਵਿੱਚ ਇੱਕ ਚਰਚਾ ਇਹ ਵੀ ਰਹਿੰਦੀ ਰਹੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਲੈ ਕੇ ਆਓ, ਇੱਕ ਸਿੱਖ ਕੌਂਸਲ ਦੀ ਵੀ ਮੰਗ ਉੱਠਦੀ ਰਹੀ। ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਇਸ ਉੱਤੇ ਰਾਜ਼ੀ ਨਹੀਂ ਸੀ ਹੁੰਦੇ। ਕਿਉਂ ਨਹੀਂ ਸੀ ਰਾਜ਼ੀ ਹੁੰਦੇ? ਕਿਉਂ ਇਹਨਾਂ ਮਤਿਆਂ ਨੂੰ ਜਿਹੜਾ ਉਹ ਅਣਗੌਲਿਆ ਕੀਤਾ ਗਿਆ, ਇੱਕ ਪਾਸੇ ਕਰ ਦਿੱਤਾ? ਪ੍ਰਕਾਸ਼ ਸਿੰਘ ਬਾਦਲ ਨੇ ਜੋ ਹੁਣ ਤੱਕ ਅੰਡਰਸਟੈਂਡਿੰਗ ਦੀ ਸਮਝ ਆਉਂਦੀ ਹੈ ਕੇਂਦਰ ਸਰਕਾਰਾਂ ਨਾਲ ਕਿ ਮੈਨੂੰ ਪੰਜਾਬ ਦੇ ਵਿੱਚ ਰਾਜ ਦਿਓ, ਜੇ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਐਕਟ ਬਣ ਜਾਂਦਾ ਹੈ ਤਾਂ ਉਹਦੇ ਵਿੱਚ
ਸਾਰੇ ਇੰਡੀਆ ਦੇ ਜਿੱਥੇ ਜਿੱਥੇ ਵੀ ਕੋਈ ਸਿੱਖ ਰਹਿੰਦੇ ਨੇ ਜਾਂ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸੀ, ਜਿਵੇਂ ਹਜੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਦੇ ਗੁਰਦੁਆਰਾ ਸਾਹਿਬ, ਜੰਮੂ ਕਸ਼ਮੀਰ ਦੇ, ਹਿਮਾਚਲ ਦੇ, ਹਰਿਆਣੇ ਦੇ, ਮੱਧ ਪ੍ਰਦੇਸ਼ ਦੇ, ਉੜੀਸਾ ਦੇ, ਜਗਨਨਾਥ ਆਪਣਾ ਉੜੀਸਾ ਤੇ ਹਰ ਕੀ ਪੌੜੀ ਜਿਹੜਾ ਹੁਣ ਢਾਹ ਦਿੱਤਾ, ਹਰਿਦੁਆਰ, ਇਹ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਉਸ ਬੋਰਡ ਦੇ ਅੰਡਰ ਆ ਜਾਂਦੇ, ਜਿਹਦੇ ਵਿੱਚ ਇਹਨੂੰ ਸ਼ੱਕ ਹੈ ਕਿ ਮੇਰੀ ਜਿਹੜੀ ਗਿਣਤੀ ਹੈ ਚਾਲ ਵਾਲੀ, ਭੁਲੇਖਾ ਪਾਉਣ ਵਾਲੀ, ਕਿਉਂਕਿ ਮੈਂ ਪੰਜਾਬ ਦੇ ਵਿੱਚ ਪੋਲੀਟੀਕਲ ਪਾਵਰ 'ਚ ਹੁੰਨਾ, ਉਹਦੇ ਨਾਲ ਵੋਟਾਂ ਪਵਾ ਲੈਣਾ, ਪਰ ਜਿੱਥੇ ਜਿੱਥੇ ਮੈਂ ਪੋਲੀਟੀਕਲ ਪਾਵਰ 'ਚ ਨਹੀਂ ਹੋਊਂਗਾ, ਮੈਂ ਹੋ ਸਕਦਾ ਆਲ ਇੰਡੀਆ ਤੋਂ ਬਾਅਦ ਕਿਤੇ ਆਲ ਵਰਲਡ ਦੀ ਗੱਲ ਵੀ ਚੱਲੇ ਤਾਂ ਮੈਂ ਘੱਟ ਗਿਣਤੀ 'ਚ ਰਹਿ ਜਾਊਂਗਾ ਆਪਣੀ ਮਤਲਬ ਕਿ ਦਖਲ ਅੰਦਾਜ਼ੀ 'ਚ। ਉਸ ਕਰਕੇ ਉਹ ਇਹਦਾ ਵਿਰੋਧ ਕਰਦਾ ਹੈ। ਠੀਕ ਹੈ। ਅੱਛਾ, ਇਸੇ ਕਰਕੇ ਜਿਹੜੀਆਂ ਹੁਣ ਮੰਗ ਜਿਹੜੀ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਇਹ ਕਿਤੇ ਨਾ ਕਿਤੇ ਮੰਗ ਚੁੱਕਦੇ ਨੇ ਕਿ ਸਾਡੇ ਵੱਲੋਂ ਵੀ ਇੱਕ ਨੁਮਾਇੰਦਾ ਜਿਹੜਾ ਵਿਦੇਸ਼ਾਂ ਵਿੱਚ ਵੀ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਦੇ ਵਿੱਚ। ਦੂਜੀ ਗੱਲ ਇਹ ਦੱਸੋ ਕਿ ਇਸ ਸਭ ਦੇ ਵਿਚਾਲੇ ਇੱਕ ਹੋਰ ਵਿਵਾਦ ਜਿਹੜਾ ਸ਼੍ਰੋਮਣੀ ਕਮੇਟੀ ਜੁੜਿਆ 2003 ਦੇ ਵਿੱਚ ਜਦੋਂ ਨਾਨਕਸ਼ਾਹੀ ਕੈਲੰਡਰ ਬਣਦਾ, ਉਹ ਅੱਜ ਤੱਕ ਸਿੱਖ ਜਥੇਬੰਦੀਆਂ ਜਾਂ ਸਿੱਖ ਕੌਮ ਦੇ ਵਿੱਚ ਉਹਨੂੰ ਲੈ ਕੇ ਭੰਬਲ ਭੂਸਾ ਜਿਹਾ ਬਣਿਆ ਹੁੰਦਾ। ਇੱਕੋ ਦਿਨ ਦੇ ਵਿੱਚ ਇੱਕੋ ਸੰਗਰਾਂਦਾਂ ਜਾਂ ਪ੍ਰਕਾਸ਼ ਪੁਰਬ, ਸ਼ਹੀਦੀ ਪੁਰਬ ਇਕੱਠੇ ਆ ਜਾਂਦੇ ਨੇ। ਇਹ ਸਭ ਨੂੰ ਕਿਉਂ ਨਹੀਂ ਸੰਭਾਲਿਆ ਗਿਆ ਇਸ ਚੀਜ਼ ਨੂੰ? ਅੱਜ ਵੀ ਜਿਹੜਾ ਉਹ ਦਰ ਤੇ ਕਦੇ ਕੋਈ ਕਹਿੰਦਾ ਮੂਲ ਨਾਨਕਸ਼ਾਹੀ ਕੈਲੰਡਰ ਮੰਨਣਾ, ਕੋਈ ਉਸ ਹਿਸਾਬ ਨਾਲ ਪਾਕਿਸਤਾਨ 'ਚ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੁੰਦੀ ਹੈ, ਸਾਡੇ ਇੱਧਰ ਜਿਹੜਾ ਇਹਨਾਂ ਨੇ ਬਿਕਰਮੀ ਕੈਲੰਡਰ ਚਲਾਇਆ। ਇਹ ਵਿਵਾਦ ਕਿਉਂ ਨਹੀਂ ਹੱਲ ਕਰਨਾ ਚਾਹੁੰਦੇ? ਦੇਖੋ, ਮੈਂ ਤੁਹਾਨੂੰ ਉਦਾਹਰਨ ਦਿੰਦਾ, ਜਿਹਦਾ ਤੁਸੀਂ ਕਹਿ ਰਹੇ ਡੇਟਾ ਇੱਧਰ ਉੱਧਰ ਆ ਜਾਂਦੀਆਂ ਨੇ। ਇੱਕ ਤਾਂ ਇਹ ਕਾਰਨ ਹੈ, ਇਹ ਹੈ ਸਧਾਰਨ ਕਾਰਨ। ਇਹ ਕਾਰਨ ਸਧਾਰਨ ਹੈ ਜ਼ਰੂਰ ਹੈ, ਤੇ ਇਹਨੂੰ ਦਰੁਸਤ ਕਰਨ ਦੀ ਵੀ ਲੋੜ ਸੀ। ਇਸ ਕਰਕੇ ਕੈਲੰਡਰ ਜਿਹੜਾ ਹੈ ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਜਿਹੜੇ ਕਿ ਇਸ ਚੀਜ਼ ਦੀ ਪੜ੍ਹਾਈ ਦੀ ਮਹਾਰਤ ਰੱਖਦੇ ਨੇ, ਉਹਨਾਂ ਤੋਂ ਕਰਵਾਇਆ ਗਿਆ। ਪਰ ਅਸਲ ਕਾਰਨ ਜਿਹੜਾ ਹੈ ਉਹ ਇਹ ਹੈ ਕਿ ਉਹ ਸਿੱਖ ਕੌਮ ਦਾ ਅੱਡਰਾ ਕੈਲੰਡਰ ਬਣ ਗਿਆ ਸੀ, ਜਿਹੜਾ ਕਿ ਸਾਨੂੰ ਬਾਕੀ ਕੌਮਾਂ ਨਾਲੋਂ ਅੱਡ ਕਰਦਾ ਹੈ। ਹਰ ਕੌਮ ਦਾ ਆਪਣਾ ਇੱਕ ਕੈਲੰਡਰ ਹੁੰਦਾ ਹੈ। ਜੇ ਬਿਕਰਮੀ ਕੈਲੰਡਰ ਦੀ ਗੱਲ ਜਾਂ ਸਾਕਾ ਕੈਲੰਡਰ ਦੀ ਗੱਲ ਜਾਂ ਈਸਵੀ ਕੈਲੰਡਰ ਦੀ ਗੱਲ ਜਾਂ ਮੁਸਲਮਾਨਾਂ ਦਾ ਹਿਜਰੀ ਕੈਲੰਡਰ ਦੀ ਗੱਲ ਕੀਤੀ ਜਾਵੇ, ਉਹ ਉਹਨਾਂ ਕੌਮਾਂ ਦੇ ਨੇ। ਇਹਦੇ ਨਾਲ ਸਾਡੀ ਜਿਹੜੀ ਵਿਲੱਖਣਤਾ ਹੈ, ਸਿੱਖ ਇੱਕ ਵੱਖਰੀ ਕੌਮ ਹੈ, ਉਹਨੂੰ ਮਾਨਤਾ ਮਿਲਦੀ ਸੀ। ਇਸ ਗੱਲ ਨੂੰ ਮੈਂ ਸਿੱਧਾ 250 ਸਾਲ 300 ਸਾਲ ਪਹਿਲਾਂ ਲੈ ਜਾਣਾ। ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ, ਉਹਨਾਂ ਦੀ ਸ਼ਹਾਦਤ ਤੋਂ ਇਮੀਡੀਏਟਲੀ ਬਾਅਦ ਮੰਨੂ ਸੋਚ ਨੇ, ਹਿੰਦੂ ਤੋਂ ਵੀ ਸੋਚ ਨੇ, ਕਿਤਾਬਾਂ ਰਾਹੀਂ, ਧੜਿਆਂ ਰਾਹੀਂ ਉਹਨਾਂ ਨੂੰ ਬਦਨਾਮ ਕੀਤਾ ਕਿ ਇਹ ਸਿੱਖ ਸਿਧਾਂਤ ਦੇ ਉਲਟ ਚਲੇ ਗਏ। ਹੁਣ 30 ਸਾਲ ਤੋਂ ਦੁਬਾਰਾ ਰਿਵਾਈਵ ਹੋਇਆ ਕਿ ਬੰਦਾ ਸਿੰਘ ਵਰਗਾ ਬੰਦਾ ਤਾਂ ਹੋਰ ਕੋਈ ਹੋਇਆ ਹੀ ਨਹੀਂ। ਉਹਦਾ ਕਾਰਨ ਕੀ ਸੀ? ਕਿਉਂਕਿ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ ਸੀ। ਜਿਹੜੀ ਸਾਡੀ ਆਪੋਜ਼ਿਟ ਸੋਚ ਹੈ, ਜਿਹੜੀ ਗੁਰੂ ਨਾਨਕ ਸਾਹਿਬ ਦੇ ਜਨੇਊ ਪਾਠ ਤੋਂ ਉਤਾਰਨ ਤੋਂ ਚਿੜਦੀ ਹੈ, ਉਹਨਾਂ ਨੇ ਇਹ ਕੈਲੰਡਰ ਜਿਹੜਾ ਹੈ ਇਹ ਤਾਂ ਫੇਲ ਕਰਵਾਇਆ, ਰੁਕਾਇਆ, ਹਟਾਇਆ ਹੈ, ਜਿਹੜਾ 7 ਸਾਲ ਲਾਗੂ ਰਿਹਾ। 2003 ਤੋਂ ਲੈ ਕੇ 10 ਤੱਕ ਲਾਗੂ ਰਿਹਾ। ਜੇ ਉਦੋਂ ਸਾਰਾ ਕੁਝ ਠੀਕ ਚੱਲਦਾ ਸੀ ਤਾਂ ਹੁਣ ਕਿਉਂ ਨਹੀਂ? ਪਰ ਰੋਕਿਆ ਤਾਂ ਗਿਆ ਕਿਉਂਕਿ ਇਹ ਅੱਡਰੀ ਕੌਮ ਦੀ ਵਿਲੱਖਣਤਾ ਨੂੰ ਪ੍ਰਗਟ ਕਰਦਾ ਹੈ। ਜਿਵੇਂ ਬੰਦਾ ਸਿੰਘ ਬਹਾਦਰ ਇਹ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਥਾਪੜਾ ਦੇ ਕੇ ਭੇਜਿਆ ਤੇ ਮੈਨੂੰ ਕਿਹਾ ਜ਼ੁਲਮ ਦਾ ਨਾਸ਼ ਕਰਕੇ ਆਪਣਾ ਰਾਜ ਸਥਾਪਿਤ ਕਰ। ਉਹ ਰਾਜ ਸਥਾਪਿਤ ਕਰਨ ਦੀ ਜਿਹੜੀ ਸੋਚ ਹੈ, ਉਸ ਕਰਕੇ ਉਹਨੂੰ ਬਦਨਾਮ ਕਰਤਾ ਗਿਆ ਇੰਨੇ ਮਹਾਨ ਸਿੱਖ ਨੂੰ। ਇਸੇ ਤਰ੍ਹਾਂ ਹੀ ਇਹ ਕੈਲੰਡਰ ਜਿਹੜਾ ਹੈ ਇਹ ਧੁੰਮੇ ਵਰਗੇ ਸੰਤ ਸਮਾਜ ਨੂੰ ਅੱਗੇ ਲਾ ਕੇ ਉਹਨਾਂ ਨੇ ਇਹਨੂੰ ਬਿਕਰਮੀ ਦੇ ਉੱਤੇ ਜ਼ੋਰ ਦਿੱਤਾ ਵੀ ਜਿਉਂ ਦੇ ਗੁਰੂ ਸਾਹਿਬ ਜੀ ਪੈਦਾ ਹੋਏ ਨੇ ਉਦੋਂ ਤੋਂ ਬਿਕਰਮੀ ਚੱਲਿਆ ਆਉਂਦਾ ਹੈ ਤੇ ਉਹੀ ਠੀਕ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਉਹ ਹੈ, ਪਰ ਜੇਕਰ ਤੁਹਾਨੂੰ ਉਹਦੇ ਵਿੱਚ ਕੋਈ ਸੋਧਾਂ ਕਰਨੀਆਂ ਨੇ, ਤੁਸੀਂ ਪੁਰੇਵਾਲ ਸਾਹਿਬ ਦੇ ਨਾਲ ਬੈਠ ਜਾਓ, ਜਿੱਥੇ ਸੋਧ ਕਰਨ ਜੋਗਾ ਕਰ ਲਓ, ਜਿੱਥੇ ਉਹ ਤੁਹਾਨੂੰ ਕਨਵਿੰਸ ਕਰ ਲੈਣ ਉਹ ਤੁਹਾਡੀ ਗੱਲ ਮੰਨ ਲੈਣ, ਜਿੱਥੇ ਤੁਸੀਂ ਉਹਨਾਂ ਨੂੰ ਕਨਵਿੰਸ ਕਰ ਲਓ ਤੁਸੀਂ ਉਹਨਾਂ ਦੀ ਗੱਲ। ਇਹ ਰਸਤਾ ਨਹੀਂ ਅਖਤਿਆਰ ਕੀਤਾ ਗਿਆ, ਬਲਕਿ ਸਿੱਧੇ ਰੂਪ ਵਿੱਚ ਉੱਤੋਂ ਨਾਗਪੁਰ ਤੋਂ ਸੁਨੇਹਾ ਆਇਆ ਵੀ ਇਹ ਸਿੱਖ ਇੱਕ ਅੱਡਰੀ ਕੌਮ ਦਾ ਸੁਨੇਹਾ ਦਿੰਦਾ ਹੈ, ਇਸ ਕਰਕੇ ਇਹ ਕੈਲੰਡਰ ਬੰਦ ਹੋਣਾ ਚਾਹੀਦਾ। ਉਹ ਬੰਦ ਕਰਤਾ ਕਿਉਂਕਿ SGPC ਤੁਹਾਨੂੰ ਮੈਂ ਦੱਸਿਆ ਜਿਹੜਾ ਟੌੜਾ ਸਰਕਾਰ ਤੋਂ ਆਪਣੀ ਮਿਆਦ ਵਧਾਉਂਦਾ ਹੈ ਜਾਂ ਸੈਂਟਰਲ ਏਜੰਸੀਆਂ ਤੋਂ ਆਪਣੀ ਮਿਆਦ ਵਧਾਉਂਦਾ ਹੈ। ਜਿਹੜਾ ਹਰਕਿਸ਼ਨ ਸਿੰਘ ਸੁਰਜੀਤ ਦਾ ਉਸਤਾਦ ਸੀ, ਉਹ ਤਾਂ ਹਾਮੀ ਭਰਦਾ ਸੀ ਕਿ ਦਰਬਾਰ ਸਾਹਿਬ ਢਾਹ ਦਿੱਤਾ ਜਾਵੇ। ਇਹ ਹੁਣ ਤੁਸੀਂ ਸਾਰਾ ਆਪੇ ਸੰਗਤ ਮੇਲੇ ਵੀ ਕਿਹੜੇ ਲੋਕਾਂ ਦੇ ਨਾਲ ਮਿਲ ਕੇ ਉਹ ਆਪਣੀਆਂ ਐਕਸਟੈਂਸ਼ਨਾਂ ਲੈਂਦੇ ਸੀ। ਜਿਵੇਂ ਹੁਣ ਕੋਹਲੀ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ, ਕੋਹਲੀ ਨੂੰ ਹੁਣ ਕਹਿੰਦੇ ਨੇ ਕਿ ਉਹ ਕੰਮ ਨਹੀਂ ਕਰਦਾ ਸੀ, ਫਿਰ ਹਰ ਸਾਲ ਉਹਨੂੰ ਐਕਸਟੈਂਸ਼ਨ ਕਿਉਂ ਦਿੰਦੇ ਸੀ?
ਕਿਉਂਕਿ ਪਿੱਛੇ ਬਾਦਲ ਦਾ ਦਬਾਅ ਸੀ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਸਾਰੇ ਮਸਲੇ ਜਿਹੜੇ ਨੇ ਨਾ ਵਿਚਾਲੇ, ਜਦੋਂ ਆਪਾਂ ਬੀਬੀ ਜਗੀਰ ਕੌਰ ਦਾ ਕਾਰਜਕਾਲ ਦੇਖਦੇ ਆ, ਬਡੂੰਗਰ ਸਾਹਿਬ ਦਾ ਕਾਰਜਕਾਲ ਵੀ ਆਇਆ, ਤੇ ਉਸ ਤੋਂ ਬਾਅਦ ਮੱਕੜ ਸਾਹਿਬ ਆਏ, ਫਿਰ ਉਸ ਤੋਂ ਬਾਅਦ ਹੁਣ ਲੌਂਗੋਵਾਲ ਸਾਹਿਬ ਦਾ ਅੱਜਕੱਲ ਕਾਰਜਕਾਲ ਚੱਲ ਰਿਹਾ। ਇਹਨਾਂ ਚਾਰਾਂ ਦਾ ਕਾਰਜਕਾਲ ਕਿੱਦਾਂ ਦਾ ਦੇਖਦੇ ਹੋ? ਕੋਈ ਇੱਕ ਤੁਹਾਨੂੰ ਲੱਗਿਆ ਪ੍ਰਧਾਨ ਜਿਹੜਾ ਉਹਨੂੰ ਕਿਹਾ ਜਾ ਸਕੇ ਕਿ ਹਾਂ ਬਿਲਕੁਲ ਇਸ ਤਰ੍ਹਾਂ ਦਾ ਪ੍ਰਧਾਨ ਹੋਣਾ ਚਾਹੀਦਾ ਸੀ, ਜਾਂ ਉਹਨਾਂ ਦੀ ਕਾਰਗੁਜ਼ਾਰੀ ਕੋਈ ਚੰਗੀ ਹੋਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਚੰਗਾ ਸੁਨੇਹਾ ਜਾਂਦਾ ਹੋਵੇ, ਜਾਂ ਕੋਈ ਇਹੋ ਜਿਹੀਆਂ ਨਾਕਾਮੀਆਂ ਸਾਹਮਣੇ ਆਉਂਦੀਆਂ ਰਹੀਆਂ? ਜਦੋਂ ਅਸੀਂ ਗੱਲ ਸਾਰੀ ਮੁਕਾ ਦਿੱਤੀ ਹੈ ਕਿ ਇਹ ਸਾਰਾ ਕੁਝ ਕਿਸੇ ਨਾ ਕਿਸੇ ਪੋਲੀਟੀਕਲ ਸੋਚ ਦੇ ਅਧੀਨ ਚੱਲਦਾ ਹੈ, ਤਾਂ ਜਿਹੜਾ ਪ੍ਰਧਾਨ ਬਣਾਇਆ ਜਾਊਗਾ, ਜਿਸ ਪਾਵਰ ਰਾਹੀਂ ਬਣਾਇਆ ਜਾਊਗਾ, ਚਾਹੇ ਉਹ ਜਗੀਰ ਕੌਰ ਹੈ, ਚਾਹੇ ਉਹ ਬਡੂੰਗਰ ਸਾਹਿਬ ਨੇ, ਚਾਹੇ ਉਹ ਮੱਕੜ ਸਾਹਿਬ ਨੇ, ਤੇ ਚਾਹੇ ਅੱਜ ਲੌਂਗੋਵਾਲ ਸਾਹਿਬ ਨੇ, ਉਹ ਉਹੀ ਕੁਝ ਕਰੇਗਾ ਜੋ ਬਾਦਲ ਚਾਹੂਗਾ, ਜਾਂ ਐਂ ਕਹ ਲਓ ਜੋ ਪੋਲੀਟੀਕਲ ਉਹਦਾ ਆਕਾ ਜਿਹਨੇ ਉਹਨੂੰ ਬਣਾਇਆ ਹੈ। ਉਹ ਇਸ ਕਰਕੇ ਹਜੇ ਤਾਂ ਇਹਨਾਂ ਤੋਂ ਕੋਈ ਆਸ ਨਾ ਪਿਛਲੇ 25 ਸਾਲ 'ਚ ਹੋਈ ਹੈ ਤੇ ਨਾ ਹੋ ਸਕਦੀ ਹੈ। ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ, ਕਿਉਂਕਿ ਇਹ ਚੱਲਦੇ ਹੀ ਉਹਨਾਂ ਦੇ ਮੁਤਾਬਕ ਨੇ। ਜੇਕਰ ਹੁਣ ਜਗੀਰ ਕੌਰ ਦੇ ਉੱਤੇ ਇੰਨਾ ਵੱਡਾ ਦੋਸ਼ ਲੱਗ ਗਿਆ, ਸਾਡੀ ਪਾਰਟੀ ਨੇ 1.5 ਸਾਲ ਲਗਾਤਾਰ ਹਰ ਮਹੀਨੇ ਜਾਂ 15 ਦਿਨਾਂ ਬਾਅਦ ਜਦੋਂ ਉਹਦੀ ਤਰੀਕ ਪੈਂਦੀ ਸੀ ਪਟਿਆਲੇ, ਅਸੀਂ ਉਹਦਾ ਵਿਰੋਧ ਕਰਦੇ ਸੀ ਵੀ ਕੁੜੀ ਮਾਰ ਤੇ ਨੜੀ ਮਾਰ ਇੱਕ ਸਾਡਾ ਪੁਰਾਣਾ ਸਿਧਾਂਤ ਹੈ ਕਿ ਉਹਨਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਜਾ ਸਕਦੀ। ਤਾਂ ਇਹ ਇੰਨੀ ਵੱਡੀ ਸੰਸਥਾ ਦੀ ਪ੍ਰਧਾਨ ਬਣਾ ਕੇ ਸਾਨੂੰ ਸਿੱਖਾਂ ਨੂੰ ਸ਼ਰਮਿੰਦਾ ਕਰ ਰਹੇ ਹੋ। ਆਉਣ ਵਾਲੀਆਂ ਨਸਲਾਂ, ਜੇ ਅਸੀਂ ਵਿਰੋਧ ਵੀ ਨਾ ਕੀਤਾ ਤਾਂ ਆਉਣ ਵਾਲੀਆਂ ਨਸਲਾਂ ਕਹਿਣਗੀਆਂ ਜਦੋਂ ਉਹ ਪ੍ਰਧਾਨ ਬਣੀ ਸੀ ਤੁਸੀਂ ਬੋਲੇ ਹੀ ਨਹੀਂ। ਅੱਜ ਘੱਟੋ ਘੱਟ ਸਾਡਾ ਇਤਿਹਾਸ 'ਚ ਇਹ ਜ਼ਰੂਰ ਲਿਖਿਆ ਗਿਆ ਹੈ ਕਿ ਕੋਈ ਨਾ ਕੋਈ ਸਿੱਖ ਜਥੇਬੰਦੀ ਜਾਂ ਸਿੱਖ ਸੀਗੇ ਜਿਹੜੇ ਇਹਦਾ ਸਿਧਾਂਤਕ ਤੌਰ ਤੇ ਵਿਰੋਧ ਕਰਦੇ ਰਹੇ ਤੇ ਆਖਰ ਨੂੰ ਹਟਣਾ ਪਿਆ। ਜੀ ਬਿਲਕੁਲ। ਇੱਕ ਹੋਰ ਵੱਡੀ ਗੱਲ ਇਹ ਵੀ ਜੁੜ ਜਾਂਦੀ ਹੈ ਕਿ 100 ਸਾਲਾਂ ਦੇ ਵਿੱਚ ਆ ਪਿਛਲੇ 1.5 ਦਹਾਕੇ ਦਾ ਜਿਹੜਾ ਇਤਿਹਾਸ ਆ ਉਹ ਵੀ ਕਹਿੰਦੇ ਅਗਲੇ ਸਮਿਆਂ ਦੇ ਵਿੱਚ ਲੋਕ ਚੇਤੇ ਰੱਖਣਗੇ। ਇਦਾਂ ਕਹਿ ਲਓ ਕਿ ਉਹ ਜਿਸ ਤਰੀਕੇ ਨਾਲ ਫੈਸਲੇ ਲਏ ਗਏ, ਰਾਮ ਰਹੀਮ ਦਾ ਮਾਫੀਨਾਮਾ ਹੋ ਗਿਆ, ਉਸ ਤੋਂ ਬਾਅਦ ਬੇਅਦਬੀਆਂ ਹੋ ਗਈਆਂ, ਸ਼੍ਰੋਮਣੀ ਕਮੇਟੀ ਦਾ ਸਟੈਂਡ ਕਿਸ ਤਰ੍ਹਾਂ ਦਾ ਰਿਹਾ, ਉਸ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਤੇ ਅੱਜ ਦੇ ਸੰਦਰਭ ਵਿੱਚ ਕਿੱਦਾਂ ਦੇਖਦੇ ਹੋ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਦੀ ਜ਼ਰੂਰਤ ਹੈ ਕਿ ਉਹਨਾਂ ਫੈਸਲਿਆਂ ਦੀ ਵੀ ਨਜ਼ਰਸਾਨੀ ਹੋ ਜੇ ਕਿ ਕਿਹਨਾਂ ਨੇ ਕੀਤੇ ਤੇ ਉਹਨਾਂ ਨੂੰ ਵੀ ਜਿਹੜਾ ਅੰਦਰ ਡੱਕਿਆ ਜਾਵੇ, ਉਹਨਾਂ ਤੇ ਵੀ ਕਾਰਵਾਈਆਂ ਹੋਣ? ਮੈਂ ਤਾਂ ਤੁਹਾਨੂੰ ਉੱਕਾ ਪੁੱਕਾ ਇਹ ਗੱਲ ਕਹਿਣਾ, ਤੁਸੀਂ 1.5 ਦਹਾਕੇ ਦੀ ਗੱਲ ਕੀਤੀ ਹੈ, ਮੈਂ 42 ਸਾਲ ਦੀ ਗੱਲ ਕਰਦਾ। 1978 ਤੋਂ ਲੈ ਕੇ ਅੱਜ ਤੱਕ ਜੋ ਸਿੱਖ ਜਥੇਬੰਦੀਆਂ ਦਾ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲ ਬਣਦਾ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਆਰਡਰ ਕਰਾ ਕੇ, ਹੁਕਮਨਾਮਾ ਜਾਰੀ ਕਰਾ ਕੇ, ਉਹ ਨਹੀਂ ਹੋਇਆ। ਚਾਹੇ ਜਿੰਨੇ ਵੀ ਇਸ ਦੌਰਾਨ ਖਾਸ ਕਰ ਸੰਤ ਜਰਨੈਲ ਸਿੰਘ ਜੀ ਦੇ ਸ਼ਹਾਦਤ ਤੋਂ ਬਾਅਦ ਜਿੰਨੇ ਵੀ ਜਥੇਦਾਰ ਆਏ, ਉਹ ਜਾਂ ਤਾਂ ਨਾਗਪੁਰ ਦਾ ਪਾਣੀ ਭਰਦੇ ਸੀ ਜਾਂ ਬਾਦਲ ਦਾ ਪਾਣੀ ਭਰਦੇ ਸੀ। ਪ੍ਰੋਫੈਸਰ ਸਾਹਿਬ, ਜੇ ਹੁਣ ਆਪਾਂ ਦੇਖੀਏ ਕਿ ਅੱਜ ਕੱਲ੍ਹ ਚਰਚਾ ਜਿਹੜੀ ਆ ਸ਼੍ਰੋਮਣੀ ਕਮੇਟੀ ਚੋਣਾਂ ਦੀ ਹੋ ਰਹੀ ਆ, ਵੱਖ-ਵੱਖ ਧੜੇਬੰਦੀਆਂ ਨੇ, ਵੱਖ-ਵੱਖ ਜਥੇਬੰਦੀਆਂ ਨੇ। ਪਹਿਲੀ ਗੱਲ ਤਾਂ ਇਹਨਾਂ ਦੇ ਵਿਚਾਲੇ ਇੱਕਾ ਜਿਹਾ ਨਜ਼ਰ ਨਹੀਂ ਆ ਰਿਹਾ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਜਿਹੜੇ ਨੇ ਜਾਂ ਬਾਦਲਾਂ ਦਾ ਗਲਬਾ ਜਿਹੜਾ ਆ ਉਹ ਕਿਤੇ ਨਾ ਕਿਤੇ ਤੁਹਾਡੇ ਕਹਿਣ ਦੇ ਮੁਤਾਬਕ ਕਿ ਉਹ ਦੋਸ਼ੀ ਲੋਕਾਂ ਨੇ ਗਰਦਾਨ ਦਿੱਤਾ, ਸਿੱਖ ਕੌਮ ਦੇ ਦੋਸ਼ੀ ਗਰਦਾਨਿਆ ਗਿਆ। ਫਿਰ ਤੁਸੀਂ ਕਿੱਦਾਂ ਇਸ ਏਕੇ ਨੂੰ ਮਜ਼ਬੂਤ ਕਰਕੇ ਕਿੱਦਾਂ ਉਹਦੇ ਉੱਤੇ ਕਾਬਜ਼ ਹੋ ਜਾਓਗੇ, ਕਿੱਦਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਕ 'ਚ ਕਰ ਲਓਗੇ? ਸੁਖਵਿੰਦਰ ਸਿੰਘ ਜੀ, ਮੈਂ ਸੰਗਤ ਦੇ ਸਾਹਮਣੇ ਬੋਲ ਰਿਹਾ। ਮੈਂ ਇਹ ਗੱਲ ਮੰਨਦਾ ਕਿ ਅੱਜ ਤੱਕ, ਅੱਜ ਦੀ ਘੜੀ ਤੱਕ ਓਨੀ ਗੰਭੀਰਤਾ ਦੇ ਨਾਲ ਬਾਦਲ ਦੇ ਵਿਰੋਧੀ ਜਿਹੜੇ ਰੋਜ਼ ਬੋਲਦੇ, ਜਿਹਦੇ ਅਸੀਂ ਵੀ ਆਉਂਦੇ ਹਾਂ, ਜਿਹੜੇ ਰੋਜ਼ ਕਹਿੰਦੇ ਨੇ, ਤੇ ਬਹੁਤ ਹੱਦ ਤੱਕ ਉਹ ਠੀਕ ਵੀ ਹੈ ਕਿ ਬਾਦਲ ਪੰਥ ਦਾ ਦੋਖੀ ਹੈ, ਪਰ ਉਹਨੂੰ ਪਾਸੇ ਕਰਨ ਵਾਸਤੇ ਹਜੇ ਤੱਕ ਸਾਰੀਆਂ ਜਥੇਬੰਦੀਆਂ ਜਿਹੜੀਆਂ ਬਾਕੀ ਦੀਆਂ ਨੇ ਨਾ, ਉਹਨਾਂ ਨੇ ਗੰਭੀਰ ਹੋ ਕੇ ਕੋਈ ਮੀਟਿੰਗ ਨਹੀਂ ਕੀਤੀ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਸਿੱਖ ਸੰਘਰਸ਼ਕਾਰੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ ਹੈ, ਕਿਸ ਤਰ੍ਹਾਂ ਜਿਹੜੇ ਪ੍ਰਧਾਨਾਂ ਤੇ ਸਵਾਲ ਉੱਠਦੇ ਰਹੇ ਨੇ। ਅਗਲੇ ਸਮੇਂ ਦੇ ਵਿੱਚ ਵੱਡੀ ਗੱਲ, ਅਹਿਮੀਅਤ ਇਸ ਗੱਲ ਨੂੰ ਦਿੱਤੀ ਜਾਂਦੀ ਹੈ ਹੁਣ ਕਿ ਸ਼੍ਰੋਮਣੀ ਕਮੇਟੀ ਕਿਸ ਦੇ ਹੱਕ ਵਿੱਚ ਜਾਏਗੀ, ਭਾਵ ਕਿ ਸ਼੍ਰੋਮਣੀ ਕਮੇਟੀ ਤੇ ਕਿਸ ਦਾ ਕਬਜ਼ਾ ਹੋਵੇਗਾ, ਸਿਆਸੀ ਗਲਬੇ ਤੋਂ ਮੁਕਤ ਹੋਵੇਗੀ ਜਾਂ ਨਹੀਂ ਹੋਵੇਗੀ। ਜਿਹੜੀਆਂ ਵੱਖੋ ਵੱਖਰੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਇਹਨਾਂ ਜਥੇਬੰਦੀਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ, ਕਿ ਇਹਨਾਂ ਤੋਂ ਜਿਹੜੀ ਲੋਕਾਂ ਨੂੰ ਕੋਈ ਸੇਧ ਮਿਲੇਗੀ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਸਿਆਸੀ ਗਲਬਾ ਉਸ ਨੂੰ ਮੁਕਤ ਕੀਤਾ ਜਾ ਸਕੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਅਗਲੇ ਸਮੇਂ ਦੇ ਵਿੱਚ ਮਿਲਣਗੇ, ਜਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।